माटी का क्या धुपै स्वामी, मानस की गत एही। क्या खादै क्या पैधै होए, जा मन नाही सच्चा सोए। क्या मेवा क्या घ्यो गुड़ मीठा, क्या मैदा क्या मांस, क्या कपड़ क्या सेज सुखाली, कीजह भोग विलास। क्या लश्कर क्या नेब खवासी, आवह महली वास। नानक सच्चे नाम बिन, सबे ढोल विनाश। डंडौत बंधन अनक बार, सर्व कला समरथ। डोलन ते राखो प्रभु, नानक दे कर हथ। माते मतंग जरे जर संग, अनूप उतंग सुरंग सवारे। कोट तुरंग कुरंग से कूदत, पौन के गौन को जात निवारे। भारी पुजान के भूप भली बिद, न्यावत शीस न जात विचारे। एते भये तो कहाँ पए भूपत, अंत को नांगे ही पाए पधारे। एते भये तो कहाँ भये भूपत, अंत को नांगे ही पाए पधारे। वाहिगुरु जी का खालसा, वाहिगुरु जी की फतेह। धन सतगुरु श्री गुरु ग्रंथ साहब महाराज जी की पावन हजूरी अंदर संध्या वेले दे दीवाना की हाज़री भरदे परम सन्मानयोग सतसंगी जनों, सतगुरु जी की अपार बख्शिश है जी। साहिब जी ने समा बख्शिया, उदम बख्शिया, अपने दर ते अपने घर ते बैठ के मुकद्दस बाणी नूं सरवण करन दा, कीर्तन रूपी उस सच्चे पिता परवतदिगार दे गुण गाउण दा सुभाग बख्शिया। आप जिन्ने भी गुरदरबार च मौजूद हो, आप सारियां ने तो प्रसाद सवैये का दूसरा पदा पाठ रूप सरवण किया है। उहदी विचार कल भी कीती सी, लफ्ज़ बा लफ्ज़ आपां विचारिया सी। माते मतंग जरे जर संग, अनूप उतंग सुरंग सवारे, कि इहदे अर्थ की बनते हैं। और आखिरी तुक दे विच एते भये तो कहाँ भये भूपत, अंत को नांगे ही पाए पधारे। आओ जी इहदी विचार आप संगतां दे नाल सांझ पा सकीए। कल शब्दार्थ इहदे अर्थ असीं वेखे सी, अज भाव अर्थां वल तुरांगे। सो असीस बख्शो, कोई भी रसना वांझी ना रहे। एक बारी सारे ही आखो जी सतनाम श्री वाहिगुरु। एक बारी फिर आखो जी सतनाम श्री वाहिगुरु। माते मतंग जरे जर संग, अनूप उतंग सुरंग सवारे। माते मतंग, माते कहंदे मस्ते होए हाथी, मतंग हाथी। जरे जर संग, जड़े होए, जर कहंदे सोने दे नाल, संग कहंदे सोने दे विच बिल्कुल। माते मतंग जरे जर संग, अनूप जिहदी उपमा ना कही जा सके। उतंग बहुत उच्चे बड़े बलवान,
ਸੁਰੰਗ ਸਵਾਰੇ ਸੋਹਣੇ ਰੰਗਾਂ ਤੋਂ ਵੀ ਸਵਾਰੇ ਹੋਣ। ਤੇ ਅੱਜ ਦੇ ਸਮੇਂ ਦੀਆਂ ਸਵਾਰੀਆਂ ਬਿਲਕੁਲ ਵੱਡੀਆਂ ਵੱਡੀਆਂ ਉੱਚੀਆਂ ਸਵਾਰੀਆਂ ਸਾਡੀਆਂ, ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਜਿਹੜੀਆਂ ਸਾਡੀਆਂ ਗੱਡੀਆਂ ਨੇ ਉਹੀ ਆਪਾਂ ਕੰਟੈਂਪਰੇਰੀ ਅਰਥ ਲਵਾਂਗੇ। ਕੋਟ ਤੁਰੰਗ ਕੁਰੰਗ ਸੇ ਕੂਦਤ, ਉਸ ਸਮੇਂ ਦੇ ਕਰੋੜਾਂ ਹੀ ਘੋੜੇ ਜਿਹੜੇ ਹਿਰਨ, ਕੁਰੰਗ ਕਹਿੰਦੇ ਹਿਰਨਾਂ ਵਰਗੇ ਛਾਲਾਂ ਮਾਰਦੇ ਹੋਣ, ਕੁਰੰਗ ਸੇ ਕੂਦਤ ਭੱਜਦੇ ਹੋਣ, ਕਹਿੰਦੇ ਇਹ ਵੀ ਹੋਣ ਕਰੋੜਾਂ ਘੋੜੇ। ਕੋਟ ਤਰੰਗ ਕੁਰੰਗ ਸੇ ਕੂਦਤ ਪੌਣ ਕੇ ਗੌਨ ਕੋ ਜਾਤ ਨਿਵਾਰੇ, ਇੰਨੀ ਤੇਜ਼ੀ ਨਾਲ ਭੱਜਦੇ ਹੋਣ ਕਿ ਹਵਾ ਨਾਲ ਗੱਲਾਂ ਕਰਦੇ ਹੋਣ। ਹਵਾ ਦੀ ਵੀ ਕੀ ਗਿਣਤੀ, ਇੰਨੀ ਰਫ਼ਤਾਰ ਹੋਏ। ਭਾਰੀ ਭੁਜਾਨ ਕੇ ਭੂਪ ਭਲੀ ਬਿਦ, ਭਲੀ ਬਿਦ ਇਹਨੂੰ ਧਿਆਨ ਨਾਲ ਪੜ੍ਹਨਾ ਹੈ, ਭਲੀ ਬਿਦ ਵੱਖਰਾ ਹੈ। ਭਾਰੀ ਭੁਜਾਨ ਕੇ ਕਹਿੰਦੇ ਭਾਰੀਆਂ ਬਾਹਾਂ ਵਾਲੇ ਰਾਜੇ, ਭਾਰੀ ਭੁਜਾਨ ਕੇ ਭੂਪ, ਭੂਪ ਕਹਿੰਦੇ ਰਾਜੇ, ਭਲੀ ਬਿਦ ਬੜੇ ਸੋਹਣੇ ਤਰੀਕੇ ਦੇ ਨਾਲ ਕੀ ਕਰਦੇ ਨੇ, ਭਾਰੀ ਭੁਜਾਨ ਕੇ ਭੂਪ ਭਲੀ ਬਿਦ, ਕਹਿੰਦੇ ਫਿਰ ਐਸੇ ਤਰ੍ਹਾਂ ਦੇ ਨਾਲ ਸੀਸ ਨਿਵਾਉਂਦੇ ਨੇ, ਐਸੇ ਤਰ੍ਹਾਂ ਦੇ ਸੋਹਲੇ ਗਾਉਂਦੇ ਨੇ, ਗਾਥਾ ਗਾਉਂਦੇ ਨੇ। ਬਾਦਸ਼ਾਹ ਰਾਜ ਦਰਬਾਰ ਦੇ ਵਿੱਚ ਆਉਂਦਾ, ਭਲੀ ਬਿਦ ਨਗਾੜੇ ਵਜਾਉਂਦੇ ਨੇ, ਭਲੀ ਬਿਦ ਘੜਿਆਲ ਵਜਾਉਂਦੇ ਨੇ, ਭਲੀ ਬਿਦ ਨਰਸੰਗੇ ਕੂਕਦੇ ਨੇ, ਭਲੀ ਬਿਦ ਉਹਦੇ ਸੋਹਲੇ ਗਾਉਂਦੇ ਨੇ। ਤੂੰ ਜਹਾਂ ਪਨਾਹ ਹੈ, ਤੂੰ ਸ਼ਹਿਨशाह ਹੈ, ਤੂੰ ਰਿਜ਼ਕ ਦਾਤਾ ਹੈ, ਤੂੰ ਦਸਤਗੀਰ ਹੈ, ਤੂੰ ਬਚਾਉਣ ਵਾਲਾ ਹੈ, ਤੂੰ ਅੰਨ ਰੋਜ਼ੀ ਦੇਣ ਵਾਲਾ ਹੈ, ਤੂੰ ਬਹੁਤ ਖੂਬਸੂਰਤ ਹੈ, ਮਹਾਨ ਹੈ। ਇਸ ਤਰ੍ਹਾਂ ਦੇ ਭਲੀ ਬਿਦ, ਭਾਰੀ ਭੁਜਾਨ ਕੇ ਭੂਪ ਭਲੀ ਬਿਦ ਨਿਆਵਤ ਸੀਸ, ਇੰਨੇ ਵਾਰੀ ਸੀਸ ਝੁਕਾਉਂਦੇ ਨੇ, ਨਜ਼ਾਤ ਵਿਚਾਰੇ ਕੋਈ ਗਿਣਤੀ ਨਹੀਂ ਹੈ। ਏਤੇ ਭਏ ਤੋ ਕਹਾਂ ਭਏ ਭੂਪਤ, ਇਹੋ ਜੇ ਬਾਦਸ਼ਾਹ ਹੋਏ, ਹੋ ਕੇ ਕਿੱਥੇ ਗਏ, ਕਿੱਥੇ ਚਲੇ ਗਏ। ਏਤੇ ਭਏ ਤੋ ਕਹਾਂ ਭਏ ਭੂਪਤ, ਕਹਾਂ ਗਏ ਦਰਬਾਂਦੇ ਹਾਥੀ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੀ ਇਹ ਜ਼ਿਕਰ ਹੈ। 1 ਲੱਖ ਪੂਤ 1.25 ਲੱਖ ਨਾਤੀ, ਤਹਿਰਾਵਨ ਘਰ ਦੀਆ ਨਾ ਬਾਤੀ। ਕਿੱਥੇ ਗਏ, ਕਹਾਂ ਗਏ ਦਰਬਾਂਦੇ ਹਾਥੀ। ਕਿਸ ਤਰ੍ਹਾਂ ਸੋਨੇ ਦੀ ਲੰਕਾ ਸੀ, ਹਾਥੀ ਘੋੜੇ ਸਨ, 1 ਲੱਖ ਪੂਤ 1.25 ਲੱਖ ਨਾਤੀ, ਤਹਿਰਾਵਨ ਘਰ ਦੀਆ ਨਾ ਬਾਤੀ। ਇਸ ਤਰ੍ਹਾਂ ਵੱਡੇ ਵੱਡੇ ਰਾਜੇ ਹੋਏ ਨੇ, ਸ਼ਹਿਨशाह ਹੋਏ ਨੇ, ਆਪਣੇ ਆਪ ਨੂੰ ਕਹਾਉਣ ਵਾਲੇ, ਜਿਨ੍ਹਾਂ ਕੋਲ ਹਾਥੀ ਹੋਏ ਨੇ, ਘੋੜੇ ਹੋਏ ਨੇ, ਇੱਕ ਨਹੀਂ ਕਰੋੜ। ਭੂਪ ਭਲੀ ਬਿਦ, ਉੱਚੇ ਉੱਚੇ ਤੇ ਬਹੁਤ ਭਲੀ ਬਿਦ ਨਾਲ ਉਹਨਾਂ ਦੇ ਅੱਗੇ ਵੱਡੇ ਵੱਡੇ ਦੇਸ਼ਾਂ ਦੇ ਰਾਜੇ ਵੀ ਸਿਰ ਝੁਕਾਉਂਦੇ ਨੇ, ਜਿਨ੍ਹਾਂ ਦੀ ਗਿਣਤੀ ਨਹੀਂ। ਪਰ ਉਹ ਕਿੱਥੇ ਗਏ ਅੱਜ, ਕਿੱਥੇ ਉਹਨਾਂ ਦੇ ਘਰ, ਕਿੱਥੇ ਉਹਨਾਂ ਦੇ ਬਾਗਾਨ, ਕਿੱਥੇ ਉਹਨਾਂ ਦੇ ਕਿਲੇ ਤੇ ਕਿੱਥੇ ਉਹਨਾਂ ਦੇ ਸੁਹੇਲੇ ਗਏ। ਹੁਣ ਤੁਸੀਂ ਕਹੋਗੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕੋਲ ਵੀ ਹਾਥੀ ਸਨ, ਘੋੜੇ ਸਨ, ਫਿਰ ਕੀ ਫਰਕ ਪੈ ਗਿਆ। ਮਹਾਰਾਜ ਜੀ ਨੇ ਵੀ ਕਈ ਘੋੜੇ ਰੱਖੇ। ਗੁਰੂ ਪਾਤਸ਼ਾਹ ਜੀ ਦੇ ਦਰਬਾਰਾਂ 'ਚ ਨਗਾੜੇ ਵੱਜਦੇ ਸਨ, ਦਮਾਮੇ ਵੱਜਦੇ ਸਨ, ਨਰਸੰਗੇ ਪੂਰੇ ਜਾਂਦੇ ਸਨ, ਮਹਾਰਾਜ ਜੀ ਦੇ ਸੋਹਲੇ ਗਾਏ ਜਾਂਦੇ ਸਨ। ਅੱਜ ਵੀ ਪ੍ਰਤੱਖ ਪ੍ਰਮਾਣ ਹੈ, ਦਰਬਾਰ ਸਾਹਿਬ ਦੇ ਵਿੱਚ ਭੱਟਾਂ ਦੇ ਸੁਹੇਲੇ ਜਿਹੜੇ ਭੱਟਾਂ ਦੇ ਸਵਈਏ ਗਾਏ ਜਾਂਦੇ ਨੇ, ਇਹ ਗੁਰੂ ਦੀ ਆਮਦ ਦੇ, ਇੱਕ ਗੁਰੂ ਦੀ, ਇੱਕ ਵੱਡੇ ਸ਼ਹਿਨशाह, ਇੱਕ ਬਾਦਸ਼ਾਹ ਤੋਂ ਵੀ ਵੱਡੇ ਸ਼ਾਹਾਂ, ਸਿਰ ਸ਼ਾਹਾਂ ਦੀ ਆਮਦ ਦੀ ਇੱਕ ਖੁਸ਼ੀ ਵਿੱਚ ਗਾਏ ਜਾਂਦੇ ਨੇ, ਉਹਨਾਂ ਦੀ ਸਿਫਤ ਵਿੱਚ ਗਾਏ ਜਾਂਦੇ ਨੇ। ਉਹ ਸੁਹੇਲੇ ਕਦੀ ਵੱਡੇ ਵੱਡੇ ਬਾਦਸ਼ਾਹ ਅਕਬਰ ਵਰਗੇ, ਹਿਮਾਯੂ ਵਰਗੇ, ਜਹਾਂਗੀਰ ਵਰਗੇ, ਇਸ ਤੋਂ ਅਲੱਗਾ ਸ਼ਾਹਜਹਾਂ ਵਰਗੇ, ਔਰੰਗਜ਼ੇਬ ਵਰਗਿਆਂ ਦੇ ਦਰਬਾਰ ਦੇ ਵਿੱਚ ਗਾਏ ਜਾਂਦੇ ਸੀ। ਕਿੱਥੇ ਗਏ, ਕਿੱਥੇ ਗਏ ਉਹ ਬਾਦਸ਼ਾਹ ਤੇ ਕਿੱਥੇ ਗਏ ਉਹਨਾਂ ਦੇ ਸੋਹਲੇ ਗਾਣ ਵਾਲੇ। ਪਰ ਹੁਣ ਕਹੋਗੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵੀ ਗਾਏ ਜਾਂਦੇ ਸੀ, ਉਹਨਾਂ ਦੇ ਵੀ ਹਾਥੀ ਸਨ, ਉਹਨਾਂ ਦੇ ਵੀ ਘੋੜੇ ਸਨ। ਪਰ ਯਾਦ ਰੱਖਿਓ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਇੱਕੋ ਇੱਕ ਜ਼ਿਕਰ ਹੈ। ਕਹਿੰਦੇ ਜੇ ਲੱਖ ਵਰਿਆਂ, ਜੇ ਤੁਸੀਂ ਹਜ਼ਾਰਾਂ ਲੱਖਾਂ ਵਰਿਆਂ ਤੱਕ ਆਪਣਾ ਜੀਵਨ ਇਸ ਜੀਵਨ ਰੂਪੀ ਕੱਪੜੇ ਤੇ ਰਸ ਨੂੰ ਭੋਗਣ ਵਾਸਤੇ ਬਤੀਤ ਕਰ ਦੋ, ਜੇ 100 ਵਰਿਆਂ ਜੀਵਨ ਖਾਣ, ਜੇ ਸਾਡਾ ਜੀਵਨ ਬਹੁਤ ਖੁਸ਼ੀ ਭਰਪੂਰ ਹੋਏ। ਕੱਲ ਵੀ ਜ਼ਿਕਰ ਕੀਤਾ ਸੀ ਕਿ ਕਿਆ ਖਾਧਾ ਕਿਆ ਪੈਦਾ ਹੋਏ, ਜਾਮਨ ਨਾਹੀ ਸੱਚਾ ਸੋਏ, ਇਹ ਸਭ ਕੁਛ ਹੈ। ਕਿਆ ਮੇਵਾ ਕਿਆ ਘਿਓ ਗੁੜ ਮੀਠਾ, ਕਿਆ ਮੈਦਾ ਕਿਆ ਮਾਸ, ਕਿਆ ਕੱਪੜ ਕਿਆ ਸੇਜ ਸੁਖਾਲੀ, ਕੀਜਹ ਭੋਗ ਬਿਲਾਸ। ਤੇ ਭੋਗ ਤੇ ਗੁਰੂ ਨੇ ਵੀ ਕੀਤੇ ਨੇ, ਗੁਰੂ ਦੇ ਵੀ ਉੱਚੇ ਉੱਚੇ ਕਿਲੇ ਗੁਰੂ ਤੇਗ ਬਹਾਦਰ ਸਾਹਿਬ ਨੇ ਜ਼ਮੀਨਾਂ ਖਰੀਦੀਆਂ। ਧੰਨ ਗੁਰੂ
तेग बहादुर साहब ने चक माता नानकी रखी, गुरु गोबिंद सिंह साहब ने एक किला नहीं 5 किले बनाते। नंदगढ़ वखरा बनाता, लोहगढ़ बनाता, तारागढ़ बनाता। सतगुरु जी ने 5 किले बनाए। पर सतगुरु जी का ते बाकी होरां दा फर्क की है? जे असी ये जिक्र करिए कि ये भी ते ने ना कि गुरु दे घोड़े गुरु दे हाथी, पर सतगुरु जी ने एक गल कही है, तिनका खादा पैदा माया सब पवित है जो नाम हर राते। कल्ली औरंगजेब की गल ना करिए, गुरु गोबिंद सिंह महाराज जी दे कंटैंपरेरी समय दे किन्ने क हज़ारां राजे होणगे, एक नहीं हज़ारां। 52 राजे दियां रियासतां ते उस वेले सी। अज भी उन्हां दे लक्कड़ पोतरे ते पड़ पोतरे ते हैगे उन्हां दे। कित्थे ने उन्हां दी? उन्हां दे सोहले कित्थे गए? कित्थे उन्हां दियां थावां? गुरु गोबिंद सिंह महाराज जी दे सन्मुख किन्ने राजे होणगे? किसी दा अंत नहीं। वजीर खां भी ते एक राजा सी ना, सूबेदार, वो नवाब सी सरहंद दा, वो भी ते राजियां दे विच आउंदा सी। महाराजा जिहड़ा सी वो सी औरंगजेब, उन्हूं महाराज कहंदे सी। कित्थे गया सरहंद दा वजीर खां? पर याद रखियो, महाराज जी ने एक गल कीती है, एते भये तो कहां पए भूपत अंत को नांगे ही पाए पधारे। नंगे पैर जाना है, भाव कि सब कुछ त्याग के जाना है, नंगे पैर ही इत्थों जाना है। जुत्तियां भी नहीं पैरां 'च पाउण नूं नसीब होंदियां जद ये अंदरों ये पंखेरू उडारी मारदा। सच्चाई है। पर असीं ये भी कहांगे, महाराज जी आनंदपुर साहब दे किलियां नूं त्याग के जद चमकौर दी गड़ी तो निकलिया ते वो भी तो नंगे पैर निकले। अंत को नांगे ही पाए पधारे। पर याद रखियो, उन्हां बादशाह शहनशाहां दा जिन्हां दी नज़र सिर्फ और सिर्फ धन दौलत ते इहदे वल है, घरां वल है, सवारियां वल है, उन्हां दा ये सब कुछ त्यागना दुख भरिया है। पर धन गुरु गोबिंद सिंह साहब महाराज जी ओहो जिहा आनंद लै रहे ने जद सवा लाख दे शमियाने सिर उत्ते ने, जद प्रसादी हाथी ने नगाड़े गूंज रहे ने, सब कुछ है, तां भी चुभी रही सुरत प्रभ चरणन में। जद गुरु गोबिंद सिंह महाराज चमकौर दी गड़ी विचों नंगे पैर बाहर निकल रहे ने, तां भी मन दे अंदर किसी तरह की चिंता नहीं, कोई झोरा नहीं, कोई दुख नहीं, कोई अंदर दा इस तरह दा ऐसा भावना हीन वाली भावना नहीं कि मैं त्यागता या खत्म हो गए। सतगुरु जी उस वेले भी निकल के जा रहे ने ते कह रहे ने, ना साजो ना बाजो ना फौजो ना फर्श, खुदावंत बख्श दे ऐशो अर्श। 2 अर्थ लियो जी ਇਹਦੇ। एक फर्श की गल की है ते दूसरी अर्श की गल की है। फर्श का मतलब है जमीन। इस पदे दे विच सारी फर्श दे सुखां की गल है। माते मतंग जरे जर संग अनूप उतंग सुरंग सवारे, कोट तुरंग कुरंग से कूदत पौन के गौन को जात निवारे। ये सारी फर्श की गल है, जमीनी गल है। भारी भुजान के भूप भली विद फर्शां दे सुख ने, पर फर्शां दे सुख फर्शां दे नाल ही नाश हो जाणगे। फर्शां दे सुख सदी सदी भी रहने वाले नहीं है। पर गुरु गोबिंद सिंह साहब कह रहे मेरे को फर्श नहीं रहा, ना मेरे को आनंदपुर साहब का किला, ना फौजा, ना घोड़े, ना हाथी, ना पुत्र, ना गुरु महल, ना मां, ना पिता, कुछ भी नहीं, ना गुरु के सिंह। जद ये सारा कुछ फर्शी तौर पे सब खत्म हो गया है, औरंगजेब फर्श तौर पे सब कुछ खो लिया गया है, पर एक चीज जिहड़ी फर्श दे उत्ते रहिंदियां भी नहीं खोई गई, वो है अर्श दा सुख। तेरे कोल फर्श दा हर सुख होके भी अर्शी सुख नहीं है। गुरु गोबिंद सिंह साहब फर्श दा एक भी सुख नहीं लैके बैठा, पर गुरु गोबिंद सिंह साहब कोल फर्श दा सुख होण दे या ना होण दे कोई मायने नहीं रखदे। फर्श दा एक भी सुख नहीं है, पर सारे सुख अर्शी ने, जेड़े फर्श दे होण दे मथाज नहीं है। ये बड़ी कमाल दा पद है। ना साजो ना बाजो ना फौजो ना फर्श, फर्श दे सुख ने। पर गुरु गोबिंद सिंह साहब कहते तू सब कुछ ते खो सकदा है औरंगजेब, पर खुदावंत बख्शिंदे ऐश ओ अर्श, मेरे को अर्श वाला ऐश है, अर्श वाला आनंद है। अर्श कहते आसमानी ब्रह्मंडी, जिहड़ा 3 कालां तो परां है, जिहदा कोई अंत ही नहीं। जिस तरह आसमान का कोई अंत नहीं है, कोई आद अंत नहीं है, ना फैला है, कोई कहे कि फड़ के दिखाओ इनू, कोई नहीं फड़ सकता है, तो बस है। किस रूप दे विच कौन उन्होंने कैद कर सकता है? गुरु गोबिंद सिंह साहब कहते ना ये अर्श कैद हो सकता है, ना ये अर्श वाला रूहानी सुख कैद हो सकता है, ना इनू कोई मार सकता है। ये गुरु गोबिंद सिंह महाराज जी का बड़ी कमाल की लिखत है जी। ये बाणी बड़ा कुछ खोलती है। फर्शी सुख जिन्ने असी देखांगे
महाराज गुरु अर्जुन साहब कहते उन्ने दुख पावांगे जिन्ना चिर तक परमात्मा का शुकराना नहीं है। 10 वस्तु लै पाछे पावै, ये फर्शां दी सारी सुख की गल की। 10 वस्तु ले पाछे पावै, एक वस्त कारण बिखोट गवावै, एक बिना दे 10 पीहिर ले तौ मूड़ा कहो कहा करे। ये फर्शां दे सुख ने। गुरु अर्जुन साहब कहते अर्शी बनो, जिस ठाकुर स्यों ना ही चारा ताको कीजै सद नमस्कारा। ओनू नमस्कार करो जिन्हें सब कुछ दिता है। ये ना होए कीते को मेरा समान है। मेरा दा मतलब सुमेर पर्वत, मेरा मेरा नहीं, सुमेर पर्वत। कीता को मेरा समान है, करणहार तृण जान है। जिन्हें कीता वो तिनके वर्गा हो गया। सतगुरु जी कहते ये बिल्कुल भी बर्दाश्त नहीं, ये बिल्कुल भी उसनू बिल्कुल बर्दाश्त नहीं होएगा। अज वो अपने घरां वल, अपने धन वल कसीए। महाराज जी कहते जिन्ना मर्जी इकट्ठा कर लो, ये भी इकट्ठा किया, ये भी इकट्ठा किया, सब कुछ इकट्ठा किया। उन्हें इको ही एक बस ऐसी हवा चलाउणी है, बस कदी नहीं पता लगना कि अर्श फर्श कद होया ते फर्श अर्श कद होया। ये बंदे दा वस नहीं है। ते सतगुरु जी कहते एक काम करो, जिहड़ा अर्शी सुख है ये कदी भी पदार्थ होण या ना होण तो प्रभावित ना होए। हुण यही ते गल मन दे अंदर शंका आउणी सी कि गुरु गोबिंद सिंह साहब ने, पर गुरु गोबिंद सिंह साहब ने एक गल कहती, औरंगजेब दो ही सदरा ने, तुरा गर नजर हस्त लश्कर व जर। ये तीनों चीज़ां ने, हस्त लश्कर व जर। ते इस पदे दे विच तीनों आईयां ने। माते मतंग, जरे जर, जर आ गया, मतंग आ गया। हस्त कहंदे हाथी, मतंग कहंदे हाथी नूं। इत्थे क्या जफरनामे दे विच कि तुरा गर नजर हस्त लश्कर व जर, इत्थे भी आ गया माते मतंग हस्त, जरे जर जर आ गया, ते कोट तुरंग, तुरंग दा मतलब घोड़े, लश्कर, सब कुछ आ गया। कि औरंगजेब तू सवेरे उठदा है, अखां खोलदा है, अपना किला वेखदा है, किले दियां दीवारां वेखदा है, उहदे उत्ते मड़े होए हीरे चांदी वेखदा है। तू सोने चांदी दे बर्तनां विच पानी पींदा है, भोजन खांदा है, अपने नौकरां नूं चौगिरदिआं नूं वेखदा है, फिर बाहर निकल के फौजां नूं वेखदा है, हाथी घोड़ियां नूं वेखदा है, फिर अपनी सभा दे विच बैठ के मंत्रियां तो पुछदा है की जितया, की लिया, होर की कब्जा कीता। तू जद उठदा है सारा दिन तू यही गिणदा रहना है, ये भी मेरा, ये भी मेरा, ये भी मेरा, ये भी मेरा। कहंदे तेरे कोल ए ते जेड़ा मेरा मेरा तू करदा है, तेनू ए मेरे विचों एक किणका भी सुख नहीं देण वाले। तुरा गर नजर हस्त लश्कर व जर। औरंगजेब तेरे विच ते गुरु गोबिंद सिंह च यही फर्क है कि गुरु गोबिंद सिंह कदी हाथी घोड़े नहीं गिणदा, गुरु गोबिंद सिंह कदी फौजां नहीं गिणदा। गुरु गोबिंद सिंह धन दे खजानियां विच पईयां होईयां वस्तुआं, दमड़े, पैसे नहीं गिणदा। गुरु गोबिंद सिंह महाराज जी की नजर इस पासे नहीं है, तेरी नजर इस पासे है। तू सुख माणना चाहुंदा है, सुख नहीं मिल सकदा। तू चाहुंदा है ना कि मैनू भी वो दात मिले, मैनू भी वो सुख मिले जो गुरु गोबिंद सिंह साहब कोल है। फिर सुन, तुरा गर नजर हस्त लश्कर व जर के महारा निगाह हस्ती असदा शुकर। गुरु गोबिंद सिंह साहब कहते हैं मैं ये नहीं गिणदा मेरे कोल की है, मैं ये गिणदा कि सतगुरु जी तुसी मैनू केड़ी केड़ी दात दिती है। इस गिणन दे विच ते मेरे दे विच होण च कितना फर्क है। एक असी ये गिणदे आ मेरे कोल ए, मेरे कोल ए, मेरे कोल ए, इक्को ही सदर च समझाता कि ए ना गिणो मेरे कोल की है, ए गिणो कि सतगुरु ने की दिता है। जिन्हों ये गिणना आ गया, सतगुरु जी कहते उन्होंने फिर सारे सुख मिल गए। वो फिर टिंड का सराहना ला के जंड दे रुख थल्ले भी पिया होया कहेगा कि तेरा किया मीठा लागै, हर नाम पदार्थ नानक मांगै। वो नाम नू ही मंगेगा, वो भला ही मंगेगा, वो शुक्र ही करेगा। थे चार हैं दो, सहर ये भी ना रहेंगे, मैं शुक्र करूंगा अगर ये भी ना रहेंगे। सब कुछ तेरा दिता होया है। वो गिण रहे ने गुरु गोबिंद सिंह महाराज। सब कुछ है, पर जिन्ना चिर इहदे वल वेखी जावांगे, महाराज जी कहंदे कि बस आखिरी तुख विचार लो। एक ते भये तो कहां भये भूपत। दसो अज किथे ने वो राजे जेड़े गुरु गोबिंद सिंह महाराज जी दे कंटैंपरेरी सन? किथे ने वो महल, किथे ने उन्हां दे किले, किथे ने उन्हां दे किलियां दे अंदर वजन वाले घड़ियाल, किथे ने नरसिंगे, किथे ने उन्हां दे लोग जेड़े सिर झुकाउंदे ने, किथे ने जेड़े उन्हां दे सोहले गांदे ने। पर याद रखियो
ਗੁਰੂ ਗੋਬਿੰਦ ਸਿੰਘ ਦਾ ਪੈਰ ਜਿੱਥੇ ਵੀ ਪੈ ਗਿਆ, ਰਹਿੰਦੀ ਧਰਤੀ ਤੱਕ ਗੁਰੂ ਗੋਬਿੰਦ ਸਿੰਘ ਦੇ ਥਾਂ ਤੇ ਸਵੇਰ ਤੋਂ ਲੈ ਕੇ ਰਾਤ ਤੱਕ ਰੱਬ ਦੀ ਇਬਾਦਤ ਗਾਈ ਜਾਂਦੀ। ਕਿੱਥੇ ਨੇ ਉਹ ਬਾਦਸ਼ਾਹ, ਕਿੱਥੇ ਨੇ ਉਹ ਸ਼ਹਿਨशाह ਜਿਨ੍ਹਾਂ ਦਾ ਕੋਈ ਖੁਰਾ ਖੋਜ ਨਹੀਂ ਰਿਹਾ। ਪਰ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਜਿੱਥੇ ਪੈਰ ਪੈ ਗਿਆ, ਉੱਥੇ ਦਿਨ ਤੋਂ ਰਾਤ ਤੱਕ, ਸਵੇਰ ਤੋਂ ਰਾਤ ਤੱਕ ਉਸ ਖੁਦਾ ਦੀ ਇਬਾਦਤ ਹੁੰਦੀ ਹੈ। ਕਿੰਨਾ ਕੁ ਫਰਕ ਹੈ। ਸਤਿਗੁਰੂ ਜੀ ਕਹਿੰਦੇ ਮੈਂ ਇਹ ਦੇਣ ਆਇਆ ਤੁਹਾਨੂੰ, ਆਹ ਬਖਸ਼ਿਸ਼ ਹੈ ਇਸ ਪਦੇ ਦੇ ਵਿੱਚ ਕਿ ਕੱਲਾ ਇਹਨਾਂ ਸੁੱਖਾਂ ਨੂੰ ਵੇਖਣਾ, ਇਹ ਸੁੱਖ ਸਦਾ ਨਹੀਂ ਰਹਿਣ ਵਾਲੇ। ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਦੇਖੈ ਦੇਖੈ ਸੁਣੈ ਬੋਲੇ ਦੌਰਿਓ ਫਿਰਤ ਹੈ। जब कछ पावत तब गर्भ करत है, माया गई तो रोवन लगत है। महाराज कहते ये गर्भ पहला ये मेरा है, फिर जद खुस गया तो फिर रोना हाय किथे गया। सतगुरु जी कहते ये जीवन नहीं है सिख दा। सिख नूं ये समझाता सब कुछ है, पर ये दात प्यारी है। दात तां प्यारी है जे दाता चेता है, पर जे दाता चेता नहीं है फिर ये दात भी जहर बन जाएगी, ये दात भी दुख बन जाएगी। याद रखियो, क्योंकि भगत जी बाणी च कहते हैं सुख मांगत दुख आगे आवे। एक ही गल समझ नहीं आई, मंगते पे सुखां अगे दुख आई जाते हैं। तो गल यही है ना कि जेड़े सुख मंग रहे हो मैं करके मंग रहा, मैनू चाहिदा। ये नहीं पूछया कि गुरु तुसी दसो ये मैनू भाएगा जां नहीं भाएगा। अरदास दी एक बिध है, सुख मांगत दुख आगे आवे, सो सुख हमू ना कबहू भावै। फिर मैनू ये सुख नहीं चाहिए जिहदा नतीजा दुख दे विच ही परिवर्तित होना है। ते गुरु गोबिंद सिंह महाराज यही समझाते कि भाई जिन्ना मर्जी हो जाए, उस समय दे हाथी घोड़े सजाए हुए, कोट तुरंग कुरंग से कूदत, पौन के गौन को जात निवारे। अज सब कुछ होए पर जे रब दा शुकराना नहीं है, फिर सच्चाई है उही कलेश ते दुख दी जड़ बन जाता है। उथे जे रब चेता आ जाए, फिर सतगुरु जी ये समझा देंदे है एते भये तो कहां भये भूपत। एक राजा दस दो, कोई एक राजा। गुरु हरगोबिंद साहब जी ने 52 कलियां दा चोला पा के 52 रियासतां दे राजियां नूं रिहा कराया। एक राजा दस दो, पर गुरु हरगोबिंद साहब दे जिथे पैर पे, जिथे बाबा पैर धरे, पूजा आसन थापण सुआ, उथे बंदगी रोज पढ़दे आ। जिथे जाए बहै मेरा सतगुरु, सो थान सुहावा। राम राजे गुरसिੱਖੀ सो थन भालिया, गुरसिੱਖੀ सो थान भालिया। लै धूर मुख लावा, गुरसिੱਖਾਂ की घाल थाए पई। जिन हर नाम ध्यावा, जिन नानक सतगुर पूजिया, तिन हर पूज करावा। जिस तरह गुरु ने जीवन बतीत किया है, ना गुरु कदी किथे गया है। अज भी दरबार साहब गुरु रामदास जी दे सोहले गाए जाते हैं, सवैये पढ़े जाते हैं। अज भी देखो ये एक ऐसा थां है, 24 घंटे का दिन होंदा है, 24 घंटिया विचों 22 घंटे जिथे कीर्तन होंदा है। 22 घंटे दरबार साहब की धरती है। ये तो असीं कहंदे आ ना कि सवेरे आसा की वार शुरू हुई ते शाम रात 10:30 बजे तक भोग पिया। ये तो साजां वाला कीर्तन हो गया। साजां वाला कीर्तन समाप्त होंदा है, सोहला होंदा है, महाराज जी का स्वरूप निकल के जाता है। बस जिथे जाए बहै पढ़िया जाता है, ते नाल दे नाल ही जिहड़े गुरसिख ने अंदर चौकियां रूप दे विच कीर्तन शुरू कर देंदे, बिना साजां तो, बिना ढोलकी छैणे, बिना साजां तो। उस रूप दे विच बस शुरू हो जाता है। उस नाल दे नाल ही धन धन रामदास गुर वो शुरू हो जाता है। 11:15 बजे तक महाराज जी का चंदोया सजाया जाता है। कोई गल कोई बात नहीं, किन्ने शब्द पढ़े जाते हैं। चंदोआ सजाया गया, अरदास हुई, अरदास होने तो बाद देग वरताई गई। देग वरताउण दे बाद फिर जिहड़ी चौर पैरे की सेवा है राती वो शुरू हो गई, तो फिर शुरू हो गई बाणी पढ़ना, फिर कीर्तन शुरू हो गया। फिर जिस वेले वो सारा धोया गया, अंदर सफाई हुई, सुच्चा किया, उहदे उत्ते विछाई हुई, सारी विछाई होने दे नाल ही फिर सतगुरु जी की ऐसी बख्शिश हुई, गुरु के कीर्तनी आके आसा की वार गुरु ग्रंथ साहब जी के प्रकाश तो पहले ही शुरू कर देंगे। प्रकाश अजे होया नहीं, आसा की वार शुरू हो गई। आसा की वार चलते चलते विचकार धन गुरु ग्रंथ साहब महाराज जी की पावन बीड़ आउंदी है। महाराज जी का उस वेले प्रकाश होंदा है, फिर कीर्तन रुक जाता है। फिर गुरु घर दे जेड़े चौर बरदार, झाड़ू बरदार,
ਜਿਹੜੇ ਸਵਈਏ ਪੜਨ ਵਾਲੇ ਨੇ ਉਹ ਖੜੇ ਹੁੰਦੇ ਐ ਕਿ ਸ਼ਾਹਾਂ ਸ਼ਿਰ ਸ਼ਾਹਾਂ ਆ ਰਿਹਾ, ਬਾਦਸ਼ਾਹਾਂ ਦਾ ਬਾਦਸ਼ਾਹ ਆ ਰਿਹਾ, ਵੱਡੇ ਵੱਡੇ ਬਾਦਸ਼ਾਹ, ਉਹਨਾਂ ਦਾ ਖੁਰਾ ਖੋਜ ਨਹੀਂ ਰਿਹਾ। ਪਰ ਜਿਹੜਾ ਇਹ ਹੈ ਸਦਾ ਰਹਿਣ ਵਾਲਾ ਹੈ, ਸਦਾ ਰਹੇਗਾ। ਧਰਤੀ ਵੀ ਖਤਮ ਹੋ ਜਾਏਗੀ ਤਾਂ ਵੀ ਇਹਦਾ ਬੋਲਬਾਲਾ ਨਹੀਂ ਖਤਮ ਹੋਏਗਾ, ਕਿਉਂਕਿ ਇਹ ਅਕਾਲ ਦੀ ਬਾਣੀ ਹੈ, ਇਹ ਅਕਾਲ ਹੈ। ਫਿਰ ਇਹਦੇ ਸੋਹਲੇ ਗਾਏ ਜਾਂਦੇ ਆ, ਫਿਰ ਉੱਥੇ ਸੋਹਲੇ ਪੜੇ ਜਾਂਦੇ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਆਮਦ ਦੇ। ਜਿਹੜੇ ਭੱਟਾਂ ਦੇ ਸਵਈਏ ਨੇ, ਸਵਈਏ ਪੜਦੇ ਨੇ। ਸੋਹਲੇ ਦਾ ਮਤਲਬ ਖੁਸ਼ੀ ਦੇ ਗੀਤ, ਆਮਦ ਦੇ ਗੀਤ। ਦੇਖੋ ਫਿਰ ਪ੍ਰਕਾਸ਼ ਹੁੰਦਾ ਮਹਾਰਾਜ ਜੀ ਦਾ। ਪ੍ਰਕਾਸ਼ ਤੋਂ ਬਾਅਦ ਫਿਰ ਕੀਰਤਨ ਆਸਾ ਕੀ ਵਾਰ ਸ਼ੁਰੂ। ਫਿਰ ਉਸ ਤੋਂ ਬਾਅਦ ਕਿੰਨੀਆਂ 15 ਤਰ੍ਹਾਂ ਦੀਆਂ ਚੌਂਕੀਆਂ ਪੜੀਆਂ ਜਾਂਦੀਆਂ ਜੀ। 15 ਚੌਂਕੀਆਂ ਦੀ ਹਾਜ਼ਰੀ ਲੱਗਦੀ ਹੈ। ਸ਼ੁਰੂਆਤ ਆਸਾ ਕੀ ਵਾਰ ਦੀ ਚੌਂਕੀ ਤੋਂ, ਫਿਰ ਬਿਲਾਵਲ ਦੀ ਚੌਂਕੀ। ਪੁਰਾਣੇ ਸਮੇਂ ਦੇ ਵਿੱਚ 47 ਤੋਂ ਪਹਿਲਾਂ ਜਿਹੜਾ, ਕਈ ਕਹਿੰਦੇ 4 ਚੌਂਕੀਆਂ ਹੁੰਦੀਆਂ ਸੀ, ਕਈ ਕਹਿੰਦੇ 5 ਚੌਂਕੀਆਂ ਹੁੰਦੀਆਂ ਸੀ। ਪਹਿਲੀ ਚੌਂਕੀ ਆਸਾ ਕੀ ਵਾਰ ਦੀ, ਦੂਸਰੀ ਬਿਲਾਵਲ ਦੀ ਚੌਂਕੀ, ਫਿਰ ਉਸ ਤੋਂ ਬਾਅਦ ਆਰਤੀ ਦੀ ਚੌਂਕੀ, ਫਿਰ ਸੋਦਰ ਦੀ ਚੌਂਕੀ, ਫਿਰ ਜਿਹੜੀ ਸ਼ਾਮ ਦੀ ਰਾਤ ਦੀ ਆਖਰੀ ਉਹਨੂੰ ਕਹਿੰਦੇ ਸੋਹਲੇ ਦੀ ਚੌਂਕੀ। ਪਰ ਹੁਣ ਜਿਹੜੀ 15 ਚੌਂਕੀਆਂ ਦਾ ਕੀਰਤਨ ਉੱਥੇ ਲਗਾਤਾਰ ਹੈ। ਪਰ ਜਿਹੜੇ ਵੱਡੇ ਵੱਡੇ ਬਾਦਸ਼ਾਹ ਸੀ, ਬਾਦਸ਼ਾਹ ਦੇ ਅੱਗੋਂ ਸਨ ਜਿਨ੍ਹਾਂ ਨੇ ਦਰਬਾਰ ਸਾਹਿਬ ਤੇ ਕਬਜ਼ੇ ਕਰ ਲਏ, ਕੀ ਕੁਝ ਕੁਰੈਤ ਨਹੀਂ ਕੀਤੀਆਂ, ਅੱਜ ਉਹਨਾਂ ਦਾ ਕੋਈ ਖੁਰਾ ਖੋਜ ਨਹੀਂ। ਜਿਨ੍ਹਾਂ ਨੇ ਕਿੰਨੀ ਵਾਰ ਪਤਾ ਨਹੀਂ ਦਰਬਾਰ ਸਾਹਿਬ ਦੇ ਸਰੋਵਰ ਨੂੰ ਪੂਰਤਾ ਹੋਏਗਾ, ਕਿੰਨੇ ਕੁ ਹਮਲੇ ਕੀਤੇ ਹੋਏ ਹੋਣਗੇ, ਉਹਨਾਂ ਦਾ ਕੋਈ ਖੁਰਾ ਖੋਜ ਨਹੀਂ। ਮਹਾਰਾਜ ਕਹਿੰਦੇ ਸਿਰਫ ਉਹੀ ਰਹੇਗਾ ਜਿਹੜਾ ਉਹਦੇ ਵਰਗਾ ਜਾਂ ਉਹਦੇ ਵਿੱਚ ਲੀਨ ਹੋ ਗਿਆ, ਜਿਹੜਾ ਉਸ ਤੋਂ ਟੁੱਟ ਕੇ। ਦੇਖੋ ਇੱਕ ਛੋਟੀ ਜੀ ਕਹਾਣੀ ਸੁਣਾ ਕੇ ਮੈਂ ਸਮਾਪਤੀ ਕਰਾਂ। ਹੋਰ ਪਾਸੇ ਵਿਸ਼ੇ ਵਿਕਾਰਾਂ 'ਚ ਨਾ ਲਿਓ, ਜਿੰਨੇ ਮਰਜ਼ੀ ਵਿਸ਼ੇ ਵਿਕਾਰ ਕਰੀਏ, ਜੇ ਬਖਸ਼ਵਾਈਏ ਨਾ ਫਿਰ ਬਹੁਤ ਦੁੱਖ ਹੈ ਜੀ। ਬਖਸ਼ਵਾ ਲਈਏ ਤੇ ਉਸ ਤੋਂ ਵੱਡੀ ਬਿਰਤੀ ਨਹੀਂ ਹੈ ਕੋਈ, ਉਸ ਤੋਂ ਵੱਡੀ ਕੋਈ ਬਖਸ਼ਿਸ਼ ਨਹੀਂ ਹੈ ਜੇ ਬਖਸ਼ਵਾ ਲਈਏ ਆ ਕੇ ਗੁਰੂ ਅੱਗੇ। ਦੋ ਹੀ ਰੂਪ ਨੇ, ਜਾਂ ਤਾਂ ਬੋਲ ਕੇ ਜਾਂ ਮਨ ਕਰਕੇ, ਕਿਉਂਕਿ ਦੋ ਹੀ ਤਰੀਕੇ ਨਾਲ ਮਾਫੀ ਮੰਗੀ ਜਾਂਦੀ ਹੈ ਬੰਦਿਆਂ ਕੋਲੋਂ। ਜੇ ਬੰਦਾ ਸਾਹਮਣੇ ਹੈ ਤੇ ਉਹਨੂੰ ਬੋਲਤਾ ਜਾਏ ਭਾਈ ਮੇਰੇ ਤੋਂ ਗਲਤੀ ਹੋ ਗਈ। ਦੂਸਰਾ ਰੂਪ ਇੱਕ ਗੁਰਮਤ ਦੱਸਦੀ ਹੈ, ਜੇ ਬੋਲ ਕੇ ਨਹੀਂ ਕੀਤਾ ਜਾਂਦਾ ਫਿਰ ਮਨ ਤੋਂ ਮਾਫੀ ਮੰਗ ਲਓ। ਇਹ ਨਹੀਂ ਕਿ ਉਹ ਸੁਣਿਆ ਨਹੀਂ, ਤੇ ਬਿਲਕੁਲ ਕੁਦਰਤ ਹਾਜ਼ਰ ਨਾਜ਼ਰ ਹੈ। ਜਿਹੜੀ ਅਣ ਦਿਸਦੇ ਪਸਾਰੇ ਵਾਲੀ ਬਿਰਤੀ ਹੈ ਉਹ ਅੰਦਰ ਹੈ। ਗੁਰੂ ਨੂੰ ਬਿਨਾਂ ਬੋਲੇ, ਬਿਨ ਬੋਲਿਆਂ, ਤੇ ਫਿਰ ਇਹ ਕੀ ਗੱਲ ਹੈ? ਫਿਰ ਬਿਨ ਬੋਲਿਆਂ ਹੀ ਹੈ ਨਾ। ਬਿਨ ਬੋਲਿਆਂ ਸਭ ਕੁਝ ਜਾਣਦਾ, ਕਿਸ ਆਗੈ ਕੀਚੈ ਅਰਦਾਸ। ਇੱਕ ਰਾਜਾ ਸੀ, ਉਹਦੀ ਰੋਜ਼ ਰਾਤ ਨੂੰ ਜਿਹੜੀ ਉਹਦੇ ਬਾਗ ਦੀ ਮਾਲੀ ਔਰਤ ਸੀ, ਉਹ ਆ ਕੇ ਰੋਜ਼ ਉਹਦੀ ਇਹ ਸੇਜ ਨੂੰ ਫੁੱਲਾਂ ਦੇ ਨਾਲ ਭਰਦੀ ਸੀ, ਕਿਉਂਕਿ ਰਾਜਾ ਫੁੱਲਾਂ ਦੀ ਸੇਜ ਉੱਤੇ ਸੋਣਾ ਪਸੰਦ ਕਰਦਾ ਸੀ। ਕਈ ਸਾਲ ਬੜਾ ਜ਼ਿਆਦਾ ਵਿਭਚਾਰੀ, ਬਹੁਤ ਪਾਪ ਕਰਨ ਵਾਲਾ, ਅੱਤ ਦਾ ਉਹ ਜ਼ਾਲਮ ਰਾਜਾ ਸੀ, ਪਰ ਸੋਹਣਾ ਉਹ ਚਾਹੁੰਦਾ ਸੀ ਫੁੱਲਾਂ ਦੀ ਸੇਜਾਂ ਉੱਤੇ। ਰੋਜ਼ ਮਾਲਣ ਆਉਂਦੀ ਸੀ, ਰੋਜ਼ ਰਾਤ ਨੂੰ ਫੁੱਲਾਂ ਦੀ ਸੇਜ ਤਿਆਰ ਕਰਦੀ ਸੀ। ਕਈ ਸਾਲ ਉਹ ਫੁੱਲਾਂ ਦੀ ਸੇਜ ਤਿਆਰ ਕਰਦੀ ਰਹੀ। ਇੱਕ ਦਿਨ ਸੇਜ ਤਿਆਰ ਕਰਦੇ ਕਰਦੇ ਉਹਦੇ ਮਨ 'ਚ ਆਇਆ, ਚੱਲ ਮਨਾ, ਇੰਨੇ ਸਾਲ ਹੋ ਗਏ ਸੇਜ ਤਿਆਰ ਕਰਦੇ ਹੋਏ, ਰਾਜਾ ਸੌਂਦਾ ਹੈ, ਘੜੀ ਪੈ ਕੇ ਤਾਂ ਵੇਖੀਏ ਕਿਹੋ ਜਿਹਾ ਮਜ਼ਾ ਆਉਂਦਾ, ਕਿਹੋ ਜਿਹਾ ਸੁੱਖ ਮਿਲਦਾ ਫੁੱਲਾਂ ਦੀ ਸੇਜ ਦੇ ਉੱਤੇ, ਇਸ ਬਿਸਤਰੇ ਉੱਤੇ ਪੈਣ। ਬਸ ਪਈ ਹੈ ਤੇ ਉਹਨੇ ਨੂੰ ਰਾਜਾ ਆ ਗਿਆ ਅੰਦਰ। ਉਹਨੇ ਵੇਖ ਲਿਆ ਕਿ ਮੇਰਾ ਨੌਕਰ, ਮੇਰੀ ਨੌਕਰਿਆਣੀ ਮੇਰੇ ਬਿਸਤਰੇ ਤੇ ਪਈ ਹੋਈ ਹੈ। ਉਹਨੇ ਉਹ ਲਿਆ ਲਗਾਮ ਜੀ, ਹੈਂਟਰ ਜਾ ਲੈ ਕੇ ਵੱਟ ਕੇ 4-5 ਲਾਏ। ਪਹਿਲਾਂ ਤੇ ਬਹੁਤ ਰੋਈ, ਫਿਰ ਉਹਨੂੰ ਲਾਏ ਤੇ ਫਿਰ ਉਹ ਹੱਸਣ ਲੱਗ ਗਈ। ਖਰੇ ਰਾਜੇ ਨੂੰ ਲੱਗਿਆ ਕਿ ਦਿਮਾਗੀ ਹਾਲਤ ਨਾ ਵਿਗੜ ਗਈ, ਉਹ ਰੁਕ ਗਿਆ, ਡਰ ਗਿਆ। ਪੁੱਛਦਾ ਇਹ ਕੀ ਹੋਇਆ, ਹੁਣ ਕਿਉਂ ਹੱਸਦੀਆਂ, ਪਹਿਲਾਂ ਕਿਉਂ ਰੋਈ ਸੀ? ਕਹਿੰਦਾ ਪਹਿਲਾਂ ਦਰਦ ਹੁੰਦੀ ਸੀ ਤਾਂ ਰੋਈ ਸੀ। ਕਹਿੰਦੇ ਫਿਰ ਹੱਸੀ ਕਿਉਂ? ਕਹਿੰਦੇ ਹੱਸੀ ਤੇਰੀ ਹਾਲਤ ਉੱਤੇ ਵੇਖ ਕੇ, ਤੇਰੇ ਤੇ ਤਰਸ ਖਾ ਕੇ। ਕਹਿੰਦਾ ਕਿਉਂ? ਕਹਿੰਦਾ ਮੈਂ ਵੀ ਪਾਪ ਕਰਦੀ ਹਾਂ, ਮੈਨੂੰ ਪਤਾ ਹੈ, ਪਰ ਮੈਂ ਕਦੀ ਆਪਣੇ ਪਾਪਾਂ ਦੀ ਖਿਮਾ ਨਹੀਂ ਬਖਸ਼ਵਾਈ। ਇੱਕ ਖਿਨ ਇਹਨਾਂ ਫੁੱਲਾਂ ਦੀ ਸੇਜ ਉੱਤੇ ਸੁੱਤੀਆਂ ਤੇ ਰੱਬ ਨੇ ਮੈਨੂੰ ਨਾਲ ਦੇ ਨਾਲ ਨਤੀਜਾ ਦੇਤਾ। ਤੈਨੂੰ ਤੇ ਕਿੰਨੇ ਸਾਲ ਹੋ ਗਏ ਇਹਦੇ ਉੱਤੇ ਸੌਂਦੇ ਹੋਏ, ਮੈਂ ਇਹ ਹੱਸ ਰਹੀ ਸੀ ਕਿ ਤੇਰਾ ਕੀ ਹਸ਼ਰ ਹੋਣ ਵਾਲਾ ਹੈ। ਜੇ 2 ਸੈਕਿੰਡ ਦੇ ਪੈਣ ਦੇ ਮੈਨੂੰ ਇੰਨੀ ਕੁ ਸਜ਼ਾ ਹੈ, ਤੇ ਰਾਜੇ ਮੈਂ ਇਸ ਲਈ ਹੱਸੀ ਕਿ ਤੇਰਾ ਕੀ ਹਾਲ ਹੋਏਗਾ। ਇੰਨੇ ਕੁਕਰਮ ਕਰਕੇ ਫੁੱਲਾਂ ਦੀ ਸੇਜ ਉੱਤੇ ਤੂੰ ਸੌਣਾ ਹੈ, ਤੇ ਰੱਬ ਨੇ ਤੇਰੇ ਵਾਸਤੇ ਅੱਗੇ ਕੀ ਰੱਖਿਆ ਹੋਏਗਾ। ਉਹ ਇਹ ਕਹਾਣੀ ਬੜੀ ਹਲੂਣ ਦੇਣ ਵਾਲੀ ਹੈ ਸੱਚੀ, ਕਿ ਅਸੀਂ ਪਿਛਲੇ ਦੇਖੋ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਨੰਦ ਲਾਲ ਨੂੰ ਇੱਕੋ ਹੀ ਗੱਲ ਕੀਤੀ, ਪੁਰਾਣਾ ਹੋ ਗਿਆ ਛੱਡ ਦੋ, ਅਬ ਕੀ ਵਾਰ ਬਖਸ਼ ਬੰਦੇ ਵਾਲੀ ਇਹ ਬਿਰਤੀ ਹੈ ਗੁਰੂ ਘਰ ਦੀ।
आगे समझ चलो नंद लाला, पाछे जो बीती सो बीती। भुल बख्शवाउण दा मतलब ये नहीं कि फिर बार बार भुल करी जाइए। भुल बख्शवाउण दा मतलब है ये भुल अगों नहीं करनी। फिर सतगुरु कृपा करेगा, पिछले अवगुण बख्श ले, प्रभ आगे मार्ग पावै। इस करके सतगुरु जी कहते एते भये तो कहाँ भये भूपत, किथे गए वो भूपत, अंत को नांगे ही पाए पधारे। नंगे पैर ही इथों गए, कुछ नहीं लैके गए। भुलां चुकां दी खिमा। वाहिगुरू जी का खालसा, वाहिगुरू जी गुरु जी की फतेह।